ਗੁਰਮੁਖ ਪਿਆਰੇ ਨੇ ਪੁੱਛਿਆ ਹੈ ਵੀ ਸਮਝ ਨਹੀਂ ਆ ਰਿਹਾ ਕਿ ਕਿਹੜੇ ਢੰਗ ਦੇ ਨਾਲ ਸੁਣਨਾ ਹੈ। ਹੋਸ਼ਪੂਰਵਕ ਸੁਣਨਾ ਹੈ ਕਿ ਸੁਣਦੇ ਸੁਣਦੇ ਬਸ ਉਹਦੇ 'ਚ ਗਵਾਚ ਜਾਣਾ। ਦੋ ਢੰਗ ਦੇ ਸਰੋਤੇ ਹਨ ਜਿਹੜੇ ਸੁਣ ਰਹੇ ਹਨ। ਇੱਕ ਉਹ ਸਰੋਤੇ ਹਨ ਜਿਹੜੇ ਬੌਧਿਕ ਤਲ 'ਤੇ ਜੁੜੇ ਹੋਏ ਹਨ। ਉਹਨਾਂ ਦਾ ਸੰਬੰਧ ਸੁਣਨ ਨਾਲ ਹੋਇਆ ਹੈ, ਬੁੱਧੀ ਦੁਆਰਾ, ਸਮਝ ਦੁਆਰਾ, ਵਿਚਾਰ ਦੁਆਰਾ। ਤੋਂ ਸੁਣ ਕੇ ਸਮਝਦੇ ਹਨ ਤੇ ਉਹਨਾਂ ਨੂੰ ਸਮਝਣ ਵਾਸਤੇ ਕਿਹਾ ਵੀ ਜਾਂਦਾ ਹੈ ਵੀ ਧਿਆਨਪੂਰਵਕ ਸੁਣੋ, ਉਹਨੂੰ ਵਿਚਾਰੋ ਤੇ ਸਮਝੋ। ਜੇ ਸਮਝ ਵਿੱਚ ਆਵੇਗਾ ਤੁਹਾਡੇ ਤਾਂ ਹੀ ਤੁਸੀਂ ਉਹ ਕਰ ਸਕੋਗੇ ਜੋ ਕਿਹਾ ਗਿਆ ਹੈ। ਦੂਸਰੇ ਸਰੋਤੇ ਉਹ ਹਨ ਜਿਹੜੇ ਸਮਝ ਦੁਆਰਾ ਨਹੀਂ ਜੁੜੇ ਹੋਏ ਹਨ, ਜਿਹੜੇ ਭਾਵ ਦੁਆਰਾ ਜੁੜੇ ਹੋਏ ਹਨ, ਹਾਰਦਿਕ ਤਲ ਤੇ ਪ੍ਰੇਮ ਦੁਆਰਾ। ਉਹਨਾਂ ਨੂੰ ਬਹੁਤਾ ਸਮਝ ਵਿੱਚ ਨਹੀਂ ਆ ਰਿਹਾ। ਕਈਆਂ ਨੇ ਮੈਨੂੰ ਕਿਹਾ ਵੀ ਹੈ ਟੈਲੀਫੋਨ ਕਰਕੇ ਵੀ ਤੁਹਾਡੀਆਂ ਗੱਲਾਂ ਸਮਝ ਵਿੱਚ ਨਹੀਂ ਆਉਂਦੀਆਂ। ਅਤੇ ਮੈਂ ਉਹਨਾਂ ਨੂੰ ਅਕਸਰ ਕਹਿੰਦਾ ਹੁੰਦਾ ਹਾਂ ਵੀ ਤੁਸੀਂ ਸੁਣੀ ਜਾਓ, ਸਮਝਣ ਦੀ ਲੋੜ ਨਹੀਂ ਹੈ, ਤੁਹਾਡੀ ਸਮਝ ਵਿੱਚ ਆਉਣੀਆਂ ਵੀ ਨਹੀਂ, ਕਿਉਂਕਿ ਤੁਹਾਡਾ ਤਲ ਸਮਝਦਾ ਨਹੀਂ ਹੈ। ਅਤੇ ਅਗਰ ਤੁਸੀਂ ਸਮਝਣ ਦੀ ਕੋਸ਼ਿਸ਼ ਕਰੋਗੇ ਤਾਂ ਜ਼ਿਆਦਾ ਬੇਚੈਨ ਹੋਵੋਗੇ। ਜਿਹੜੇ ਹਾਰਦਿਕ ਤਲ 'ਤੇ ਜੁੜੇ ਹੋਏ ਹਨ ਨਾ, ਉਹ ਅਗਰ ਸਮਝਣ ਦੀ ਕੋਸ਼ਿਸ਼ ਕਰਨਗੇ ਤਾਂ ਜ਼ਿਆਦਾ ਬੇਚੈਨ ਹੁੰਦੇ ਹਨ, ਕਿਉਂਕਿ ਸਮਝ ਵਿੱਚ ਨਹੀਂ ਆ ਰਿਹਾ ਉਹਨਾਂ ਨੂੰ, ਅਤੇ ਉਹਨਾਂ ਨੂੰ ਲੱਗਦਾ ਵੀ ਸਾਡੀ ਸਮਝ ਹੀ ਨਹੀਂ ਹੈ, ਸਾਡਾ ਕੀ ਬਣੂਗਾ, ਅਤੇ ਨਿਰਾਸ਼ ਹੋ ਜਾਂਦੇ ਹਨ। ਪਰ ਉਹਨਾਂ ਨੂੰ ਸਮਝਣ ਦੀ ਲੋੜ ਨਹੀਂ ਹੈ, ਉਹ ਤਾਂ ਸਿਰਫ ਸੁਣਨਾ ਹੈ। ਜਿਵੇਂ ਤੁਸੀਂ ਇਉਂ ਸੁਣੋ ਜਿਵੇਂ ਕੋਈ ਝਰਨੇ ਦੇ ਕੋਲ ਬੈਠ ਕੇ ਝਰਨੇ ਦੀ ਆਵਾਜ਼ ਸੁਣਦਾ ਹੈ। ਹਵਾ ਗੁਜ਼ਰ ਰਹੀ ਹੈ ਦਰਖਤਾਂ ਦੇ ਵਿੱਚ ਦੀ, ਤੋਂ ਉਹਦੀ ਆਵਾਜ਼ ਸੁਣਦਾ ਹੈ। ਕੋਈ ਅਰਥ ਥੋੜ੍ਹੀ ਕਰਦਾ ਹੈ, ਉੱਥੇ ਸਮਝਣਾ ਵੀ ਕੀ ਹੈ। ਪਰ ਅਗਰ ਧਿਆਨਪੂਰਵਕ ਸੁਣ ਰਿਹਾ ਹੈ ਤਾਂ ਉਹ ਟਿਕ ਜਾਂਦਾ ਹੈ ਉਸ ਧਿਆਨ ਦੇ ਵਿੱਚ। ਅਗਰ ਭਾਵਨਾ ਨਾਲ ਸੁਣ ਰਿਹਾ ਹੈ ਅਤੇ ਭਾਵ ਠਹਿਰ ਜਾਂਦਾ ਹੈ ਉੱਥੇ। ਪੰਛੀਆਂ ਦੇ ਗੀਤ ਸੁਣ ਰਿਹਾ ਹੈ ਕੋਈ, ਅਤੇ ਕੋਈ ਅਰਥ ਥੋੜ੍ਹੀ ਕਰਨੇ ਹਨ ਉਹਨਾਂ ਦੇ ਗੀਤਾਂ ਦੇ ਬੋਲਾਂ ਦੇ, ਨਾ ਵਿਚਾਰ ਕਰਨ ਦੀ ਲੋੜ ਹੈ। ਜਿਵੇਂ ਇਵੇਂ ਸਮਝ ਲਵੋ ਤੁਸੀਂ ਕੋਈ ਸੰਗੀਤ ਦੀ ਧੁਨ ਸੁਣ ਰਿਹਾ ਹੈ। ਹਾਂ, ਕਈ ਸੁਣਦੇ ਹਨ ਤੋਂ ਵਿਚਾਰ ਕਰਦੇ ਹਨ ਵੀ ਕਿਹੜਾ ਰਾਗ ਹੈ, ਕਿਹੜੀ ਧੁਨ, ਕਿਹੜੇ ਬੋਲਾਂ ਦਾ ਅਰਥ ਕੀ। ਉਹ ਬੌਧਿਕ ਤਲ 'ਤੇ ਸੁਣ ਰਹੇ ਹਨ। ਅਤੇ ਕੁਛ ਐਸੇ ਹਨ ਜਿਨ੍ਹਾਂ ਨੂੰ ਸੰਗੀਤ ਹੀ ਚੰਗਾ ਲੱਗ ਰਿਹਾ ਹੈ, ਉਹ ਅਰਥ ਨਹੀਂ ਕਰ ਰਹੇ ਹਨ। ਤੁਸੀਂ ਵੀ
ਕਈ ਵਾਰ ਐਸਾ ਸੰਗੀਤ ਸੁਣਿਆ ਹੈ, ਜ਼ਿਆਦਾਤਰ ਬਚਪਨ ਦੇ ਵਿੱਚ ਬੱਚੇ ਸੁਣਦੇ ਹਨ ਸੰਗੀਤ ਨੂੰ, ਉਹਦਾ ਅਰਥ ਨਹੀਂ ਕਰਦੇ ਹਨ। ਅਤੇ ਇਹੋ ਜਿਹੇ ਗੀਤਾਂ ਦੇ ਵੀ ਉਹ ਬੋਲਦੇ ਰਹਿਣਗੇ ਉੱਚੀ ਉੱਚੀ, ਮਾਤਾ ਪਿਤਾ ਨੂੰ ਸ਼ਰਮ ਆਊਗੀ ਵੀ ਤੁਸੀਂ ਇਸ ਗੀਤ ਦੇ ਵਾਰ-ਵਾਰ ਬੋਲ ਕਿਉਂ ਬੋਲਦੇ ਹੋ, ਪਰ ਉਹ ਅਰਥ ਥੋੜ੍ਹੀ ਕਰਦੇ ਹਨ। ਉਹਨਾਂ ਨੂੰ ਧੁਨ ਚੰਗੀ ਲੱਗਦੀ, ਉਹ ਸੰਗੀਤ ਚੰਗਾ ਲੱਗਾ ਹੈ, ਅਤੇ ਉਹ ਸੰਗੀਤ ਦੀ ਲੈਅ ਦੇ ਵਿੱਚ ਉਹ ਖੋ ਜਾਂਦੇ ਹਨ, ਉਹਨਾਂ ਨੂੰ ਮਜ਼ਾ ਆਉਂਦਾ, ਨੱਚਦੇ ਹਨ, ਅਤੇ ਉਹ ਅਰਥ ਥੋੜ੍ਹੀ ਕਰਦੇ ਹਨ। ਅਤੇ ਕੁਛ ਐਸਾ ਸੁਣਨਾ, ਅਤੇ ਐਸਾ ਸੁਣਨਾ ਸਹਿਜ ਹੁੰਦਾ ਹੈ, ਸਿਰਫ ਸੁਣਨਾ ਹੈ, ਸਮਝਣਾ ਨਹੀਂ। ਹਾਂ, ਜਿਨ੍ਹਾਂ ਨੂੰ ਸਮਝਣ ਵਾਸਤੇ ਕਿਹਾ ਜਾਂਦਾ ਹੈ, ਉਹ ਵੀ ਸਰੋਤੇ ਹਨ, ਸੁਣਨ ਵਾਲੇ, ਅਤੇ ਉਹ ਸਮਝਣਗੇ ਜੋ ਕਿਹਾ ਜਾ ਰਿਹਾ ਹੈ। ਪਰ ਜੋ ਕਿਹਾ ਜਾ ਰਿਹਾ ਹੈ, ਅਗਰ ਸਮਝ ਦੇ ਤਲ 'ਤੇ ਹੀ ਉਹ ਰੱਖਣਗੇ, ਵਿਚਾਰ ਦੇ ਤਲ 'ਤੇ ਹੀ ਰੱਖਣਗੇ, ਤਾਂ ਉਹ ਸਮਝਦਾਰ ਬਣ ਸਕਦੇ ਹਨ। ਉਹਨਾਂ ਨੂੰ ਹੀ ਪੰਡਿਤ ਕਿਹਾ ਹੈ। ਜਿਹੜੇ ਸੁਣ ਕੇ ਬਹੁਤੀਆਂ ਗੱਲਾਂ ਯਾਦ ਰੱਖ ਰਹੇ ਹਨ, ਚੇਤੇ ਰੱਖ ਰਹੇ ਹਨ, ਅਤੇ ਦੂਸਰਿਆਂ ਨੂੰ ਵੀ ਦੱਸਦੇ ਹਨ ਵੀ ਉਹਨਾਂ ਨੇ ਇਹ ਕਿਹਾ ਸੀ, ਇਉਂ ਕਿਹਾ ਸੀ, ਅਤੇ ਉਪਦੇਸ਼ ਦੇਣ ਲੱਗ ਜਾਂਦੇ ਹਨ। ਅਤੇ ਉਹ ਬੁੱਧੀ ਦੇ ਤਲ 'ਤੇ ਵਿਚਾਰਕ ਬਣ ਜਾਂਦੇ ਹਨ। ਉਹਨਾਂ ਨੂੰ ਹੀ ਪੰਡਿਤ ਕਹਿੰਦੇ ਹਨ। ਉਹਨਾਂ ਨੂੰ ਉਪਲਬਧੀ ਨਹੀਂ ਹੋਵੇਗੀ। ਜਿਹੜਾ ਸਮਝੇਗਾ ਅਤੇ ਸਮਝ ਕੇ ਉੱਤੇ ਅਮਲ ਕਰੇਗਾ, ਫਿਰ ਜਿਹੜੀ ਗੱਲ 'ਤੇ ਆਪਾਂ ਅਮਲ ਕਰ ਲੈਂਦੇ ਹਾਂ, ਉਹ ਆਪਣੇ ਜੀਵਨ ਦੇ ਵਿੱਚ ਘਟ ਜਾਂਦੀ ਹੈ, ਫਿਰ ਉਹਨੂੰ ਸਮਝਣ ਦੀ ਲੋੜ ਨਹੀਂ ਪੈਂਦੀ। ਇਹ ਵੀ ਤੁਸੀਂ ਦੇਖਿਆ ਹੈ ਨਾ, ਜਿਵੇਂ ਕੋਈ ਕੰਮ ਤੁਹਾਨੂੰ ਸਮਝਾਵੇ ਤਾਂ ਪਹਿਲਾਂ ਤੁਸੀਂ ਸਮਝੋਗੇ ਧਿਆਨਪੂਰਵਕ ਕਿਵੇਂ ਕਿਹਾ ਜਾ ਰਿਹਾ, ਕਿੱਦਾਂ ਕਿਹਾ ਜਾ ਰਿਹਾ, ਅਤੇ ਜਦੋਂ ਉਹ ਕਰੋਗੇ ਅਤੇ ਤੁਹਾਡੇ ਜੀਵਨ ਦਾ ਹਿੱਸਾ ਬਣ ਜਾਵੇਗਾ, ਫਿਰ ਤੁਹਾਨੂੰ ਸਮਝਣ ਦੀ ਲੋੜ ਨਹੀਂ ਪਵੇਗੀ, ਫਿਰ ਉਹ ਆਪਣੇ ਆਪ ਹੀ ਹੋਵੇਗਾ। ਜਿਵੇਂ ਸਾਈਕਲ ਹੀ ਚਲਾਉਣਾ ਹੈ ਜਾਂ ਕੋਈ ਤਰਨਾ ਸਿੱਖ ਰਿਹਾ ਹੈ, ਅਤੇ ਪਹਿਲਾਂ ਸਮਝਦਾ ਹੈ ਕਿਵੇਂ ਹੱਥ ਮਾਰਨੇ, ਕਿਵੇਂ ਤੈਰਨਾ, ਅਤੇ ਇੱਕ ਵਾਰ ਤੈਰਨ ਲੱਗ ਪਿਆ, ਫਿਰ ਉਹਨੂੰ ਯਾਦ ਰੱਖਣ ਦੀ ਵੀ ਨਹੀਂ ਲੋੜ। ਜਦੋਂ ਪਾਣੀ ਦੇ ਵਿੱਚ ਛਲਾਂਗ ਲਗਾਵੇਗਾ ਅਤੇ ਉੱਦਾਂ ਹੀ ਹੱਥ ਚੱਲਣੇ ਸ਼ੁਰੂ ਹੋ ਜਾਂਦੇ ਹਨ ਆਪਣੇ ਆਪ। ਫਿਰ ਜੀਵਨ ਦਾ ਹਿੱਸਾ ਬਣ ਗਿਆ ਨਾ, ਫਿਰ ਸਮਝ ਤੋਂ ਪਾਰ ਚਲੇ ਗਏ। ਇੱਦਾਂ ਹੀ ਜਿਹੜਾ ਵਾਸਤਵਿਕ ਦੇ ਵਿੱਚ ਆਪਾਂ ਉਪਦੇਸ਼ ਅਮਲ ਦੇ ਵਿੱਚ ਲੈ ਆਈਏ ਨਾ, ਉਹ ਫਿਰ ਸਮਝ ਦੇ ਦਾਇਰੇ ਤੋਂ ਪਾਰ ਚਲੇ ਜਾਂਦਾ ਹੈ। ਉਹਨੂੰ ਫਿਰ ਵਿਚਾਰ ਦੇ ਵਿੱਚ ਰੱਖਣ ਦੀ ਵੀ ਨਹੀਂ ਲੋੜ। ਅਤੇ ਸਮਝਦਾਰੀ ਦੀ ਜਿਹੜੀ ਵਾਸਤਵਿਕ ਦੇ ਵਿੱਚ ਸਮਝ ਹੈ ਨਾ, ਉਹ ਇਹੋ ਹੀ ਹੈ ਵੀ ਸਮਝ ਦੁਆਰਾ ਸਮਝ ਨੂੰ ਹੀ ਛੱਡਣਾ ਹੈ, ਜਾਂ ਇਹ ਕਹਿ ਸਕਦੇ ਆਪਾਂ ਸਮਝ ਕੇ ਜੋ ਸਮਝਿਆ ਹੈ ਨਾ, ਉਹਨੂੰ ਛੱਡੀ ਜਾਣਾ ਹੈ ਅਤੇ ਅੱਗੇ ਤੁਰੇ ਜਾਣਾ ਹੈ। ਸਮਝ 'ਤੇ ਅਟਕ ਨਹੀਂ ਜਾਣਾ। ਸਾਰਿਆਂ ਨੂੰ ਵੱਡਾ ਖਤਰਾ ਸਮਝਦਾਰ ਦਾ ਇਹੋ ਹੀ ਹੈ। ਅਕਸਰ ਮੈਂ ਕਹਿੰਦਾ ਹੁੰਦਾ ਵੀ ਵਿਚਾਰ ਦੇ ਤਲ 'ਤੇ ਬਹੁਤੇ ਰੁਕ ਜਾਂਦੇ ਹਨ, ਸਮਝ ਦੇ ਤਲ 'ਤੇ ਵੀ ਸਮਝ ਲਿਆ ਸੀ ਪਰਮਾਤਮਾ ਨੂੰ, ਜਾਣ ਲਿਆ, ਪਤਾ ਲੱਗ ਗਿਆ, ਇੱਦਾਂ ਦਾ ਖਿਆਲ ਵਿੱਚ ਆ ਗਿਆ, ਤਾਂ ਉੱਥੇ ਹੀ ਰੁਕ ਜਾਂਦੇ ਹਨ। ਬਹੁਤ ਐਸੇ ਧਾਰਮਿਕ ਹਨ
ਜਿਹੜੇ ਸਮਝ ਦੇ ਦਾਇਰੇ 'ਚ ਰੁਕ ਜਾਂਦੇ ਹਨ। ਸਮਝਦਾਰ ਤਾਂ ਬਹੁਤ ਹੁੰਦੇ ਹਨ, ਉਹ ਸਮਝਾ ਵੀ ਦਿੰਦੇ ਹਨ ਦੂਸਰੇ ਨੂੰ ਸਭ ਕੁਝ ਪਰਮਾਤਮਾ ਬਾਰੇ, ਪਰ ਸਮਝ ਦੇ ਤਲ 'ਤੇ, ਸਮਝ ਤੋਂ ਪਾਰ ਨਹੀਂ। ਅਤੇ ਜਿਹੜਾ ਸਮਝ ਤੋਂ ਪਾਰ ਚਲੇ ਜਾਵੇ ਨਾ, ਉਹਨੂੰ ਫਿਰ ਦੂਸਰੇ ਮਾਰਗ ਦੀ ਵੀ ਗੱਲ ਖਿਆਲ ਵਿੱਚ ਆ ਜਾਂਦੀ ਹੈ ਵੀ ਇੱਕ ਐਸਾ ਮਾਰਗ ਵੀ ਹੈ ਜਿਹੜਾ ਸਮਝ ਤੋਂ ਵਿਪਰੀਤ ਹੈ। ਪ੍ਰੇਮੀ ਨੂੰ ਇਸੇ ਕਰਕੇ ਅੰਨਾ ਕਿਹਾ ਹੈ ਸਮਝਦਾਰਾਂ ਨੇ। ਪ੍ਰੇਮੀ ਬਿਲਕੁਲ ਬੇਸਮਝ ਹੈ, ਬੇਸਮਝ ਲੱਗਦਾ ਵੀ ਹੈ। ਅਤੇ ਪ੍ਰੇਮ ਦੇ ਵਿੱਚ ਸਮਝ ਦੀ ਲੋੜ ਨਹੀਂ ਹੈ। ਅਤੇ ਬਹੁਤ ਐਸੇ ਭਗਤ ਹੋਏ ਹਨ ਜਿਹੜੇ ਬਹੁਤੇ ਪੜ੍ਹੇ ਲਿਖੇ ਨਹੀਂ ਸਨ, ਅਤੇ ਉਹਨਾਂ ਨੇ ਭਾਵ ਭਗਤ ਕਰਕੇ ਭਾਵਨਾ ਦੁਆਰਾ ਉਹਨੂੰ ਪਾ ਲਿਆ। ਭਾਵ ਭਗਤ ਕਰਨੀ ਚ ਸਦਾਏ ਤਉ ਨਾਨਕ ਮੋਖ ਅੰਤਰ ਪਾਏ। ਕਿਉਂਕਿ ਪਰਮਾਤਮਾ ਸਮਝ ਦੁਆਰਾ ਜ਼ਰੂਰੀ ਨਹੀਂ ਹੈ ਉਪਲਬਧ ਹੋਵੇ। ਬਹੁਤੇ ਪ੍ਰਚਾਰਕ ਗਿਆਨ 'ਤੇ ਜ਼ੋਰ ਦਿੰਦੇ ਹਨ, ਗਿਆਨ ਹੋਣਾ ਚਾਹੀਦਾ, ਧਿਆਨ ਹੋਣਾ ਚਾਹੀਦਾ ਹੈ, ਸਿਮਰਨ ਕਰਨਾ ਹੈ, ਤੋਂ ਤਰ੍ਹਾਂ ਤਰ੍ਹਾਂ ਦੀਆਂ ਵਿਧੀਆਂ ਕਰਵਾਉਂਦੇ ਹਨ। ਅਤੇ ਗਿਆਨ ਜ਼ਰੂਰੀ ਨਹੀਂ ਹੈ। ਹੁਣ ਜੇ ਤੁਸੀਂ ਇਵੇਂ ਲੈ ਲਓ ਵੀ ਜਦੋਂ ਬੱਚਾ ਅਜੇ ਪੈਦਾ ਨਹੀਂ ਸੀ ਹੋਇਆ, ਕਹਿੰਦੇ ਉਹਦੀ ਲਿਵ ਲੱਗੀ ਹੋਈ ਸੀ, ਫਿਰ ਜਦੋਂ ਪੈਦਾ ਹੋ ਗਿਆ ਫਿਰ ਉਹਦੀ ਲਿਵ ਟੁੱਟ ਗਈ। ਲਿਵ ਛੁਟਕੀ ਲਾਗੀ ਤ੍ਰਿਸ਼ਨਾ ਮਾਇਆ ਅਮਰ ਵਰਤਾਇਆ। ਹੁਣ ਬੱਚੇ ਨੂੰ ਕਿੰਨਾ ਕੁ ਗਿਆਨ ਸੀ? ਅਗਰ ਗਿਆਨ ਹੀ ਹੋਵੇ ਬੱਚੇ ਨੂੰ ਜੰਮਦੇ ਨੂੰ ਹੀ, ਅਤੇ ਫਿਰ ਤੁਹਾਨੂੰ ਗਿਆਨ ਦੇਣ ਦੀ ਤਾਂ ਲੋੜ ਹੀ ਨਹੀਂ ਹੈ, ਇੰਨਾ ਪੜ੍ਹਾਉਣ ਦੀ ਲੋੜ ਨਹੀਂ ਹੈ, ਇੰਨਾ ਸਮਝਾਉਣ ਦੀ ਲੋੜ ਨਹੀਂ। ਬੱਚੇ ਨੂੰ ਤਾਂ ਕੁਝ ਵੀ ਨਹੀਂ ਪਤਾ ਹੁੰਦਾ, ਬਿਲਕੁਲ ਹੀ ਅਗਿਆਨੀ ਹੈ ਨਾ ਬੱਚੇ ਨੂੰ, ਆਪਾਂ ਕਹਿੰਦੇ ਸਮਝ ਹੀ ਨਹੀਂ। ਉਹਨੂੰ ਤਾਂ ਮਲ ਮੂਤਰ ਤਿਆਗਣ ਦੀ ਵੀ ਸਮਝ ਨਹੀਂ, ਕਿੱਥੇ ਤਿਆਗਣਾ ਹੈ ਕਿੱਥੇ ਨਹੀਂ, ਪਤਾ ਹੀ ਨਹੀਂ। ਪਰ ਉਹਦੀ ਲਿਵ ਲੱਗੀ ਹੋਈ ਸੀ। ਅਤੇ ਇਹਦਾ ਕੀ ਭਾਵ ਹੋਇਆ? ਗਿਆਨ ਦੁਆਰਾ ਵੀ ਖਿਆਲ ਵਿੱਚ ਰੱਖਿਓ, ਉਸੇ ਅਵਸਥਾ 'ਤੇ ਹੀ ਪਹੁੰਚਣਾ ਹੈ। ਗਿਆਨ ਦੁਆਰਾ ਗਿਆਨ ਨੂੰ ਹੀ ਛੱਡਣਾ ਹੈ, ਧਿਆਨ ਦੁਆਰਾ ਧਿਆਨ ਨੂੰ ਹੀ ਛੱਡਣਾ ਹੈ, ਬੁੱਧੀ ਦੁਆਰਾ ਬੁੱਧੀ ਨੂੰ ਹੀ ਛੱਡਣਾ ਹੈ, ਵਿਚਾਰ ਦੁਆਰਾ ਵਿਚਾਰ ਨੂੰ ਹੀ ਛੱਡਣਾ ਹੈ, ਸ਼ਬਦ ਦੁਆਰਾ ਸ਼ਬਦ ਨੂੰ ਹੀ ਛੱਡਣਾ ਹੈ। ਪਕੜਨਾ ਨਹੀਂ ਹੈ। ਜਿਹੜਾ ਸਾਧਕ ਪਕੜ ਲੈਂਦਾ ਹੈ ਨਾ, ਕਈ ਸ਼ਬਦ ਨੂੰ ਪਕੜ ਲੈਂਦੇ ਹਨ, ਉਹ ਸ਼ਬਦ ਹੀ ਨਹੀਂ ਛੱਡਦੇ। ਕਈ ਗਿਆਨ ਨੂੰ ਪਕੜ ਲੈਂਦੇ ਹਨ, ਉਹ ਵਿਚਾਰ ਦੇ ਤਲ 'ਤੇ ਜੀਂਦੇ ਰਹਿੰਦੇ ਹਨ। ਗਿਆਨ ਹੀ ਹੈ ਜੀ ਸਭ ਕੁਛ, ਅਤੇ ਬੜੀ ਜਾਣਕਾਰੀ ਹਾਸਿਲ ਕੀਤੀ ਹੁੰਦੀ ਹੈ ਉਹਨਾਂ ਨੇ। ਅਤੇ ਕਈ ਵਿਚਾਰ ਦੇ ਤਲ 'ਤੇ ਜੀਂਦੇ ਰਹਿੰਦੇ ਹਨ, ਕਈ ਧਿਆਨ ਦੇ ਤਲ 'ਤੇ ਜੀਂਦੇ ਰਹਿੰਦੇ ਹਨ। ਧਿਆਨ ਨੂੰ ਵੀ ਛੱਡਣਾ ਹੈ ਧਿਆਨ ਦੁਆਰਾ। ਅਤੇ ਜਦੋਂ ਸਭ ਕੁਛ ਛੁੱਟ ਜਾਂਦਾ ਹੈ ਨਾ, ਫਿਰ ਉੱਥੇ ਹੀ ਆਦਮੀ ਪਹੁੰਚ ਜਾਂਦਾ ਹੈ ਜਿੱਥੋਂ ਸ਼ੁਰੂ ਹੋਇਆ। ਜਿਹੜੇ ਦਰਵਾਜ਼ੇ ਤੋਂ ਆਇਆ ਹੈ ਉੱਥੇ ਹੀ ਜਾਣਾ ਹੈ ਨਾ। ਜਿੱਤ ਦੁਆਰੇ ਉੱਭਰੇ ਤਿੱਤੇ ਲਿਓ, ਸਰਕਲ ਪੂਰਾ ਕਰਨਾ ਹੈ। ਸੰਸਾਰ 'ਚ ਆਏ, ਸੰਸਾਰ ਦਾ ਗਿਆਨ ਹੋਇਆ,
ਸਮਝ ਆਈ, ਸਮਝਿਆ, ਵਿਚਾਰਿਆ, ਜਾਣਿਆ ਸੰਸਾਰ ਨੂੰ। ਫਿਰ ਪਤਾ ਲੱਗਾ ਵੀ ਇਹ ਸੰਸਾਰ ਤੇ ਵਿਅਰਥ ਹੈ, ਆਸਾਰ ਹੈ, ਦੁੱਖਾਂ ਦਾ ਘਰ ਹੈ, ਮਿਰਤ ਮੰਡਲ ਹੈ। ਧੋਖਾ ਹੋ ਗਿਆ, ਫਸ ਗਏ। ਫਿਰ ਵਾਪਸ ਉਹਨੂੰ ਛੱਡਣਾ ਸ਼ੁਰੂ ਕੀਤਾ। ਛੱਡਦੇ 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 ਫਿਰ ਉੱਥੇ ਹੀ ਪਹੁੰਚ ਜਾਣਾ। ਅਤੇ ਜਿਹੜੇ ਬੌਧਿਕ ਤਲ 'ਤੇ ਜੀਣ ਵਾਲੇ ਹਨ, ਉਹਨਾਂ ਨੂੰ ਕਿਹਾ ਜਾਂਦਾ ਹੈ ਧਿਆਨ ਪੂਰਵਕ ਸੁਣੋ, ਸਮਝੋ, ਵਿਚਾਰੋ। ਜਿਹੜੇ ਹਾਰਦਿਕ ਤਲ 'ਤੇ ਜੀਣ ਵਾਲੇ ਹਨ, ਉਹਨਾਂ ਨੂੰ ਕਿਹਾ ਜਾਂਦਾ ਹੈ ਸਿਰਫ ਸੁਣੋ, ਸਮਝੋ ਨਹੀਂ। ਅਤੇ ਅਗਰ ਤੁਸੀਂ ਭਾਵਨਾ ਨਾਲ ਸੁਣੋਗੇ ਨਾ, ਜਿਵੇਂ ਕੋਈ ਮਧੁਰ ਸੰਗੀਤ ਸੁਣ ਰਿਹਾ ਹੁੰਦਾ ਹੈ, ਅਤੇ ਖੋਣਾ ਹੋ ਜਾਂਦਾ ਹੈ। ਜਿਵੇਂ ਇੱਕ ਦਿਨ ਪਹਿਲਾਂ ਹੀ ਗੁਰਮੁਖ ਪਿਆਰੇ ਨੇ ਕਿਹਾ ਸੀ ਵੀ ਮੈਂ ਸੁਣਦੇ ਸੁਣਦੇ ਖੋ ਗਿਆ। ਇੱਕ ਤਾਂ ਖੋਣਾ ਹੈ, ਪਤਾ ਹੀ ਨਹੀਂ ਲੱਗਾ। ਦੂਸਰਾ ਹੈ ਵੀ ਸੁਣਦੇ ਸੁਣਦੇ ਜੋ ਸੁਣ ਰਿਹਾ ਹੈ ਨਾ, ਉਹਦੇ ਵਿੱਚ ਲੀਨ ਹੋਣਾ ਹੈ। ਪਹਿਲਾ ਕਦਮ ਤੇ ਅਕਸਰ ਬਹੁਤੇ ਪੂਰਾ ਕਰ ਲੈਂਦੇ ਹਨ। ਸੁਣਦੇ ਸੁਣਦੇ ਅਕਸਰ ਬਹੁਤਿਆਂ ਨੂੰ ਨੀਂਦ ਆ ਜਾਂਦੀ ਹੈ ਜਾਂ ਇਵੇਂ ਖੋ ਜਾਂਦੇ ਆ। ਜ਼ਿਆਦਾਤਰ ਸੁਣਨ ਵਾਲੇ ਸਰੋਤੇ। ਪਰ ਦੂਸਰੀ ਘਟਨਾ ਜਿਹੜੀ ਹੈ ਨਾ, ਉਹ ਕਦੇ ਕਦੇ ਕਿਸੇ ਕਿਸੇ ਨਾਲ ਘਟਦੀ ਹੈ। ਉਹ ਹੈ ਵਾਸਤਵਿਕ, ਵੀ ਸੁਣਨ ਵਾਲਾ ਜਿਹੜਾ ਹੈ ਨਾ, ਉਹ ਬਚਿਆ ਰਵੇ। ਉਹ ਦੇਖਦਾ ਰਵੇ, ਉਹ ਸੁਣਦਾ ਰਵੇ, ਉਹ ਜਾਣਦਾ ਰਵੇ। ਉਹਨੂੰ ਹੀ ਕਿਹਾ ਹੈ ਨਾ, ਧੁਨ ਮਹਿ ਧਿਆਨ, ਧਿਆਨ ਮਹਿ ਜਾਣਿਆ, ਗੁਰਮੁਖਾ ਕਥ ਕਹਾਣੀ। ਪੁਰਖ ਮਹਿ ਨਾਰ, ਨਾਰ ਮਹਿ ਪੁਰਖਾ, ਬੂਝੋ ਬ੍ਰਹਮ ਗਿਆਨੀ।